ਵੈਲਕਮ ਬੈਕ ਟੂ ਮਾਈ YouTube ਚੈਨਲ। ਸੋ ਬੱਚੇ ਬਹੁਤ ਜਾਣੇ ਕਹਿ ਰਹੇ ਸੀਗੇ ਕਿ ਸਾਰੇ ਰਿਵੀਜ਼ਨ ਟੈਸਟ ਦੀ ਇੱਕ ਵਾਰੀ ਪ੍ਰੋਪਰ ਐਕਸਪਲੇਨੇਸ਼ਨ ਦੇ ਨਾਲ ਵੀਡੀਓ ਅਪਲੋਡ ਕਰ ਦਿਓ। ਤੋ ਇਹਦੇ ਵਿੱਚ ਮੈਂ ਸਾਰੇ ਜਿੰਨੇ ਵੀ ਟੈਸਟ 1 2 3 4 ਹੋਏ ਨੇ ਟਰਮ 1 ਦੇ ਵਿਦ ਪ੍ਰੋਪਰ ਐਕਸਪਲੇਨੇਸ਼ਨ ਅਪਲੋਡ ਕਰ ਰਹੀ ਹਾਂ। ਠੀਕ ਹੈ ਜੀ। ਤੋ ਜਿਹੜਾ ਟਰਮ 1 ਦਾ ਆ ਤੋ ਮੇਰੇ ਕੋਲ PDF ਇੱਦਾਂ ਦਾ ਹੀ ਆ। ਠੀਕ ਹੈ ਜੀ। ਤੋ ਫਸਟ ਕੁਐਸਚਨ ਇਜ਼ ਕੋਲੀਗੇਟਿਵ ਪ੍ਰੋਪਰਟੀ। ਕੋਲੀਗੇਟਿਵ ਪ੍ਰੋਪਰਟੀ ਉਹ ਹੁੰਦੀ ਹੈ ਜਿਹੜੀ ਨੇਚਰ ਆਫ ਸੋਲਿਊਟ 'ਤੇ ਡਿਪੈਂਡ ਕਰੇ, ਨਾ ਕਿ ਜਿਹੜੀ ਅਮਾਊਂਟ ਆਫ ਸੋਲਿਊਟ 'ਤੇ ਡਿਪੈਂਡ ਕਰੇ, ਨਾ ਕਿ ਨੇਚਰ ਆਫ ਸੋਲਿਊਟ 'ਤੇ। ਤਾਂ ਨੰਬਰ ਆਫ ਸੋਲਿਊਟ ਪਾਰਟੀਕਲਸ ਕਿੰਨੇ ਪ੍ਰੈਜ਼ੈਂਟ ਹੋਣਗੇ ਸੋਲਿਊਸ਼ਨ 'ਚ, ਤਾਂ ਉਹਦੇ 'ਤੇ ਜਿਹੜੀ ਪ੍ਰੋਪਰਟੀ ਡਿਪੈਂਡ ਕਰਦੀ ਹੈ ਉਹਨੂੰ ਆਪਾਂ ਕਹਿੰਦੇ ਹਾਂ ਕੋਲੀਗੇਟਿਵ ਪ੍ਰੋਪਰਟੀ। ਤਾਂ ਇਹਦਾ ਆਪਸ਼ਨ ਨੰਬਰ ਆਫ ਸੋਲਿਊਟ ਪਾਰਟੀਕਲਸ ਇਨ ਅ ਸੋਲਿਊਸ਼ਨ। ਠੀਕ ਹੈ ਜੀ। ਨੈਕਸਟ ਆਈਸੋਟੋਨਿਕ ਸੋਲਿਊਸ਼ਨ। ਆਈਸੋਟੋਨਿਕ ਸੋਲਿਊਸ਼ਨ ਉਹ ਹੁੰਦੇ ਆ ਜਿਵੇਂ ਮੇਰੇ ਕੋਲ ਆਪਾਂ ਇੱਕ ਫਲੂਇਡ ਲੈ ਲੈਂਦੇ ਹਾਂ। ਠੀਕ ਹੈ। ਇਹਦੇ 'ਚ ਆਪਾਂ ਕੋਈ ਸਬਸਟਾਂਸ ਐਗ ਹੀ ਲੈ ਲਓ। ਠੀਕ ਹੈ। ਤੋ ਅਗਰ ਇਹਦੇ ਅੰਦਰਲਾ ਪ੍ਰੈਸ਼ਰ ਔਰ ਇਹਦੇ ਬਾਹਰਲਾ ਪ੍ਰੈਸ਼ਰ ਸੇਮ ਆ, ਓਸਮੋਟਿਕ ਪ੍ਰੈਸ਼ਰ, ਨਾ ਤਾਂ ਫਲੂਇਡ ਅੰਦਰ ਜਾ ਰਿਹਾ ਨਾ ਕੋਈ ਮਟੀਰੀਅਲ ਬਾਹਰ ਆ ਰਿਹਾ, ਤੋ ਉਹ ਹੁੰਦੇ ਆ ਆਈਸੋਟੋਨਿਕ ਸੋਲਿਊਸ਼ਨ ਜਿਨ੍ਹਾਂ ਦਾ ਸੇਮ ਓਸਮੋਟਿਕ ਪ੍ਰੈਸ਼ਰ ਹੁੰਦਾ ਹੈ। ਮੋਲਾਰ ਸੋਲਿਊਸ਼ਨ। ਮੋਲਾਰ ਸੋਲਿਊਸ਼ਨ ਮਤਲਬ ਮੋਲੈਰਿਟੀ। ਤੋ ਮੋਲੈਰਿਟੀ ਦਾ ਫਾਰਮੂਲਾ ਹੁੰਦਾ ਨੰਬਰ ਆਫ ਮੋਲਸ ਡਿਜ਼ੋਲਵਡ ਇਨ 1 ਲੀਟਰ ਵੋਲੀਅਮ ਆਫ ਸੋਲਿਊਸ਼ਨ। ਤੋ ਆਪਸ਼ਨ ਇਜ਼ 1 ਲੀਟਰ ਆਫ ਸੋਲਿਊਸ਼ਨ। ਤੋ ਨੈਕਸਟ ਜਿਹੜਾ ਕੁਐਸਚਨ ਹੈ ਵਾਂਟ ਆਫ ਫੈਕਟਰ ਫॉर KCl NaCl ਔਰ K2SO4 ਰਿਸਪੈਕਟਿਵਲੀ ਕਿੰਨਾ ਹੋਊਗਾ। ਤੋ ਵਾਂਟ ਆਫ ਫੈਕਟਰ ਕਿੱਦਾਂ ਫਾਈਂਡ ਕਰਦੇ ਹਾਂ, ਜਿਵੇਂ KCl ਹੈ। ਠੀਕ ਹੈ। ਇਹ ਕਿੱਦਾਂ ਟੁੱਟੇਗਾ K ਪਲਸ 'ਚ ਔਰ Cl ਮਾਈਨਸ 'ਚ। ਤੋ ਕਿੰਨੇ ਆਇਨਸ ਬਣੇ, ਇੱਕ ਪਲਸ ਦਾ ਬਣਿਆ ਇੱਕ ਮਾਈਨਸ ਦਾ। ਤੋ ਇਹਦਾ ਵਾਂਟ ਆਫ ਫੈਕਟਰ 2। ਨੈਕਸਟ ਜਿਹੜਾ ਆਪਣੇ ਕੋ NaCl। ਠੀਕ ਹੈ ਜੀ। NaCl ਕਿੱਦਾਂ ਬ੍ਰੇਕ ਹੋਏਗਾ, Na ਪਲਸ ਔਰ Cl ਮਾਈਨਸ 'ਚ। ਕਿੰਨੇ ਆਇਨ ਬਣੇ, ਇੱਕ ਇਹ ਇੱਕ ਇਹ, 2। ਤੋ ਇਹਦਾ ਵਾਂਟ ਆਫ ਫੈਕਟਰ 2। ਨੈਕਸਟ ਇਜ਼ K2SO4। तो K2SO4 ਕਿੱਦਾਂ ਸਪਲਿਟ ਹੋਏਗਾ, 2K ਪਲਸ SO4 2 ਨੈਗੇਟਿਵ। ਕਿੰਨੇ ਆਇਨਸ ਨੇ, 2 ਆਹ ਇੱਕ ਆ 3। ਤੋ ਆਪਸ਼ਨ ਇਜ਼ 2 2 3। ਠੀਕ ਹੈ ਜੀ। ਤੋ ਇਹਦਾ ਵਾਂਟ ਆਫ ਫੈਕਟਰ KCl ਦਾ 2 ਔਰ NaCl ਦਾ 2, K2SO4 ਦਾ 3। ਰਿਵਰਸ ਓਸਮੋਸਿਸ ਜਿਹੜਾ ਫਿਨੋਮੀਨਾ ਹੁੰਦਾ ਦੈਟ ਇਜ਼ ਯੂਜ਼ਡ ਫॉर ਡੀਸੈਲਾਈਨੇਸ਼ਨ ਆਫ ਸੀ ਵਾਟਰ। ਰਿਵਰਸ ਓਸਮੋਸਿਸ 'ਚ ਕੀ ਹੁੰਦਾ, ਜਿਵੇਂ ਆਹ ਇੱਧਰ ਸੋਲਵੈਂਟ ਆ, ਠੀਕ ਹੈ, ਇੱਧਰ ਸੀ ਵਾਟਰ ਆ ਜਿਹਦੇ 'ਚ ਕੰਸਨਟ੍ਰੇਸ਼ਨ ਜ਼ਿਆਦਾ, ਤੋ ਇਹ ਲੋ ਟੂ ਹਾਈ ਕੰਸਨਟ੍ਰੇਸ਼ਨ ਮੂਵ ਕਰਨਾ ਸ਼ੁਰੂ ਕਰ ਦਿੰਦੇ ਆ। ਬਟ ਅਗਰ ਇੱਧਰਲਾ ਪ੍ਰੈਸ਼ਰ ਜ਼ਿਆਦਾ ਹੋ ਜਾਵੇ ਤਾਂ ਇੱਧਰੋਂ ਜਿਹੜਾ ਸੋਲਵੈਂਟ ਆ ਉਹ ਇੱਧਰ ਮੂਵ ਕਰਨਾ ਸ਼ੁਰੂ ਕਰ ਦੇਗਾ, ਅਤੇ ਸਲਿਊਟ ਮਤਲਬ ਜਿਹੜੇ ਕਹਿ ਲਓ ਕਿ ਸੋਲਟ ਪਾਰਟੀਕਲਸ ਹੋਣਗੇ ਕਿ ਇਹਦੇ 'ਚ ਆਪਣੇ ਕੋਲ ਸੋਲਟੀ ਵਾਟਰ ਹੁੰਦਾ। ਠੀਕ ਹੈ। ਡਿਊ ਟੂ NaCl ਔਰ ਕਾਫੀ ਸਾਰੇ ਆਇਨਸ ਕਰਕੇ ਤੋ ਇੱਧਰ ਹੀ ਰਹਿ ਜਾਏਗਾ, ਬਾਕੀ ਸੋਲਵੈਂਟ ਇੱਧਰ ਮੂਵ ਕਰਨਾ ਸ਼ੁਰੂ ਕਰ ਦੇਗਾ, ਤੋ ਉਹਨੂੰ ਡੀਸੈਲਾਈਨ ਕਰਨ 'ਚ ਹੈਲਪ ਕਰਦੇ। ਵੇਪਰ ਪ੍ਰੈਸ਼ਰ ਆਫ ਸੋਲਵੈਂਟ ਡਿਪੈਂਡ ਕਰਦਾ ਆ ਨੇਚਰ ਆਫ ਸੋਲਵੈਂਟ 'ਤੇ, ਟੈਂਪਰੇਚਰ 'ਤੇ ਔਰ ਇੰਟਰਾਮੋਲੀਕੂਲਰ ਫੋਰਸਿਸ 'ਤੇ। ਕਿੱਦਾਂ, ਜਿਵੇਂ ਹੁਣ ਕੋਈ ਮੋਲੀਕਿਊਲਸ ਦੇ ਪਾਰਟੀਕਲਸ ਨੇ, ਅਗਰ ਉਹਨੂੰ ਆਪਾਂ ਹੀਟ ਕਰੀ ਜਾਵਾਂਗੇ, ਹੀਟ ਕਰਨ ਨਾਲ ਉਹਨੇ ਈਜ਼ੀਲੀ ਇਵੈਪੋਰੇਟ ਹੋ ਜਾਣਾ। ਨੇਚਰ ਆਫ ਸੋਲਵੈਂਟ ਕਿੱਦਾਂ ਕਿ ਜ਼ਿਆਦਾ ਵੋਲਾਟਾਈਲ ਆ, ਬੌਂਡ ਆਫ ਉਹਨਾਂ 'ਚ ਫੋਰਸਿਸ ਕਿੱਦਾਂ ਦੀ, ਅਗਰ ਤਾਂ ਵੀਕ ਫੋਰਸਿਸ ਆ ਤਾਂ ਜਲਦੀ ਇਵੈਪੋਰੇਟ ਹੋ ਜਾਣਗੇ। ਠੀਕ ਹੈ। ਉਹਨਾਂ ਦਾ ਵੇਪਰ ਪ੍ਰੈਸ਼ਰ ਹਾਈ ਹੋਏਗਾ। ਅਗਰ ਵੀਕ ਸਟਰੋਂਗ ਫੋਰਸਿਸ ਨੇ ਤਾਂ ਜਲਦੀ ਇਵੈਪੋਰੇਟ ਨਹੀਂ ਹੋਣਗੇ, ਤਾਂ ਜਿਹੜਾ ਵੇਪਰ ਪ੍ਰੈਸ਼ਰ ਆ ਉਹ ਘੱਟ ਹੋਏਗਾ। ਠੀਕ ਹੈ ਜੀ। ਨੈਕਸਟ ਫਾਈਂਡ ਮੋਲੈਲਿਟੀ। ਮੋਲੈਲਿਟੀ ਫਾਈਂਡ ਕਰਨੀ ਆ, ਆਪਣੇ ਕੋਲ 18 ਗ੍ਰਾਮ ਗਲੂਕੋਜ਼ ਦਿੱਤਾ ਆ, ਉਹਨੂੰ ਡਿਜ਼ੋਲਵ ਕੀਤਾ ਹੈ 1000 ਗ੍ਰਾਮ ਆਫ ਵਾਟਰ 'ਚ। ਠੀਕ ਹੈ। ਤਾਂ ਮੈਂ ਸੋਲਵ ਕਰਵਾਉਂਦੀ ਹਾਂ। ਸੋ 18 ਗ੍ਰਾਮ ਗਲੂਕੋਜ਼ ਡਿਜ਼ੋਲਵਡ ਇਨ 1000 ਗ੍ਰਾਮ ਆਫ ਵਾਟਰ। ਫਾਈਂਡ ਆਪਾਂ ਨੇ ਕਰਨੀ ਆ ਮੋਲੈਲਿਟੀ। ਠੀਕ ਹੈ। ਤਾਂ ਮੋਲੈਲਿਟੀ ਦਾ ਫਾਰਮੂਲਾ ਹੁੰਦਾ ਆ ਨੰਬਰ ਆਫ ਮੋਲਸ ਆਫ ਸੋਲਿਊਟ dissolved in mass of solvent।
ठीक है जी, इंटू 1000 इफ गिवन इन ग्राम। तो 1000 ग्राम विच इज़ लार्ज इन अमाउंट दैट इज़ दी सॉल्वेंट। तो मास दिता होया सॉल्वेंट का 1000 ग्राम, तो मल्टीप्लाई बाय 1000। नाउ नंबर ऑफ मोल्स ऑफ सल्यूट, सल्यूट इज ग्लूकोज। ग्लूकोज का 18 ग्राम अपने को गिवन वेट आ, 180 मोलार मास आ। ठीक है जी, तो जिहड़े नंबर ऑफ मोल्स होंगे दैट इज गिवन वेट ओवर मॉलिक्यूलर वेट। ठीक है, तो 10 1/10 दैट इज 0.1। ठीक है जी, तो 0.1 नंबर ऑफ मोल्स आ गए, 1000 कैंसल करांगे तो अपने को आ जाएगा 0.1 इहदी मोलैलिटी आ जाएगी। ਉਹਦਾ आंसर आया 0.1 मोलार। मोलार कंडक्टेंस ऑन डिल्यूजन, जिमें मेरे को NaCl ਦਾ ਹੀ ਆ ਇਲੈਕਟ੍ਰੋਲਾਈਟ ਹੈ। ਠੀਕ ਹੈ, NaCl ਦੇ Na+ ਔਰ Cl- ਆਇਨਸ ਬਣਦੇ ਨੇ। ਜਾਂ ਆਪਾਂ ਜਨਰਲੀ ਅਗਰ ਇੱਥੇ ਮੈਂਸ਼ਨ ਕੀਤਾ ਹੁੰਦਾ ਸਟਰੋਂਗ ਇਲੈਕਟ੍ਰੋਲਾਈਟ ਆ ਜਾਂ ਵੀਕ ਇਲੈਕਟ੍ਰੋਲਾਈਟ ਆ, ਤਾਂ ਉਹਦੇ ਦੇ ਅਕੋਰਡਿੰਗ ਆਪਣੇ ਕੋਲ ਸਟਰੋਂਗ ਦੀ ਇਲੈਕਟ੍ਰੋਲਾਈਟ ਦੀ ਔਨ ਇਨਕਰੀਜ਼ਿੰਗ ਡਿਲੂਜਨ ਮੋਲਰ ਕੰਡਕਟੈਂਸ ਡਿਕਰੀਜ਼ ਕਰਦੀ ਆ। ਬਟ ਮੋਲਰ ਕੰਡਕਟੈਂਸ ਡਿਪੈਂਡ ਕਰਦੀ ਆ ਆਪਣੇ ਕੋ ਜਿਹੜੇ ਆਇਨਸ ਔਰ ਇਹਦੀ ਕਿੰਨੀ ਅਮਾਊਂਟ ਹੋਏਗੀ। तो मोलर कंडक्टेंस इंक्रीज करेगी ऑन डिल्यूजन। नेक्स्ट, व्हेन अ लेड स्टोरेज बैटरी इज चार्जड इट एक्ट एज अ, तो ਜਦੋਂ ਜਿਹੜੀ ਲੈਡ ਸਟੋਰੇਜ ਬੈਟਰੀ ਆ ਉਹਨੂੰ ਆਪਾਂ ਚਾਰਜ ਕਰ ਦਿੰਦੇ ਆ ਤਾਂ ਉਹਦੇ 'ਚ ਆਇਨਸ ਬਣਨੇ ਸ਼ੁਰੂ ਹੋ ਜਾਂਦੇ ਆ, ਤਾਂ ਉਹਨੂੰ ਆਪਾਂ ਇਲੈਕਟ੍ਰੋਲਾਈਟਿਕ ਸੈੱਲ ਕਹਿੰਦੇ ਆ। ਮਤਲਬ ਕਿ ਥੋੜ੍ਹਾ ਐਨੋਡ ਵੱਲ ਮੂਵਮੈਂਟ ਹੋਣੀ ਸ਼ੁਰੂ ਹੋ ਜਾਂਦੀ ਆ। ਜਦੋਂ ਉਹਨੂੰ ਆਪਾਂ ਡਿਸਚਾਰਜ ਕਰ ਦਿੰਦੇ ਆ ਤਾਂ ਉਹ ਗਲਵੈਨਿਕ ਸੈੱਲ ਦੀ ਤਰ੍ਹਾਂ ਬਿਹੇਵ ਕਰੇਗੀ ਜਦੋਂ ਚਾਰਜ ਆ ਇਲੈਕਟ੍ਰੋਲਾਈਟਿਕ ਸੈੱਲ। तो rust is a mixture of, that is, so rust is a mixture of Fe2O3 and FeOH3। ठीक है, C option। कंडक्टिविटी ऑफ सोल्यूशन इज डायरैक्टली प्रोपोर्शनल टू जिन्ने नंबर ऑफ आयन्स होंगे उन्नी ज़्यादा कंडक्टिविटी होएगी। तो नैक्सट जोड़ा आ EMF फाइंड करनी है। ठीक है, तो ये मैं सॉल्व करवानी है। तो EMF किद्दां आपां फाइंड कर सकते हैं किसी भी सैल की। ਆਪਾਂ ਨੂੰ ਗਿਵਨ ਕੀ ਹੈ, ਇਕੁਏਸ਼ਨ ਦਿੱਤੀ ਗਈ ਹੈ ਨਿਕਲ 2Ag+ ਉਹਦੀ ਕੰਸਨਟ੍ਰੇਸ਼ਨ ਇੰਨੀ ਆ, ਇਸ ਚੇਂਜਸ ਇਨਟੂ ਮਤਲਬ ਨਿਕਲ ਦੀ ਕੀ ਹੋ ਰਹੀ ਹੈ ਆਕਸੀਡੇਸ਼ਨ ਔਰ Ag ਦੀ ਕੀ ਹੋ ਰਹੀ ਹੈ ਰਿਡਕਸ਼ਨ। ਠੀਕ ਹੈ, तो ਇਹਦੀ ਕੰਸਨਟ੍ਰੇਸ਼ਨ ਇੰਨੀ ਗਿਵਨ ਹੈ। तो EMF ਦਾ ਫਾਰਮੂਲਾ ਹੁੰਦਾ E ਸੈੱਲ 0.0591 ਡਿਵਾਈਡ ਬਾਈ N, N ਇਜ਼ ਦੀ ਨੰਬਰ ਆਫ ਇਲੈਕਟ੍ਰੋਨ, ਲੌਗ ਜੋ ਜਿਹੜਾ ਆਪਣੇ ਕੋ ਰਿਐਕਟੈਂਟ ਸਾਈਡ ਆ ਡਿਵਾਈਡ ਬਾਈ ਆਇਨਸ ਇਨ ਪ੍ਰੋਡਕਟ ਸਾਈਡ। ਇੱਥੇ 2 ਇਸ ਕਰਕੇ ਆਇਆ क्योंकि आपने इत्थे 2 नाल मल्टीप्लाई किया। 2 नाल मल्टीप्लाई इस करके किया क्योंकि निकल 2 इलैक्ट्रॉन दे रहा है, तो Ag+ एक ही सीगा, तो उन्होंने 2 Ag+ बनाने लई तां जो 2 इलैक्ट्रॉन गेन करके 2 Ag बना सके। ठीक है जी, तो ई सैल च अपने को ई सैल गिवन है 1.05 इक्वेशन च गिवन, तो फॉर्मूला लगावांगे 1.05 0.0591 डिवाइड बाय 2 लॉग इहदी वैल्यू और इहदी वैल्यू। तो इनू सॉल्व करके अपने को आएगा 4 × 10⁴। ठीक है जी, तो इनू डिवाइड करके इतना आंसर आ रहा है 1.05 इज दी ई सैल। तो जो तुम सॉल्व करोगे आंसर इज 0.91। सो उन्होंने सॉल्व करके अपना आंसर आया सीगा 0.91 वोल्ट। फॉर स्पोंटेनिटी ऑफ रिएक्शन, स्पोंटेनिटी ऑफ सैल मतलब ये रिएक्शन हो सकती है कि नहीं, तो तुम थर्मोडायनमिक्स +1 च पढ़ के आए हो कि ΔG हमेशा नैगेटिव होना चाहिए और जो अपने को E है वो पॉजिटिव होना चाहिए। इनफाइनाइट डिल्यूजन, इक्विवेलेंट कंडक्टिविटी दी सीगी कोलराश लॉ ने वीक इलैक्ट्रोलाइट दी फाइंड करने लई इनफाइनाइट डिल्यूजन ते। हेमेटाइट ओर इज कंसनट्रेटेड बाय ग्रेविटी सैपरेशन मैथड। ठीक है जी, नैक्सट मैथड इज यूज टू ट्रीटेड विद सूटेबल reagent टू मेक इट soluble is called लीचिंग। Sulfide ore is concentrated by froth flotation method. Process in which ore is heated in excess is the method ਜਿਹਦੇ 'ਚ ਆਪਣੇ ਕੋ is called roasting. Slag is a product of flux and impurities. Zone refining is used for purification of metal. C option। तो ये तो फर्स्ट है। तो नैक्सट आप सैकेंड डिस्कस करते हैं टर्म 1 का सैकेंड टेस्ट पेपर। नैक्सट सैकेंड रिवीजन टेस्ट, तो ये कोऑर्डिनेशन और कोऑर्डिनेशन का होया सीगा
ਤੇ ਸਰਫੇਸ ਕੈਮਿਸਟਰੀ ਔਰ ਕੈਮੀਕਲ ਕਿਨੈਟਿਕਸ ਦਾ। ਤਾਂ ਆਕਸੀਡੇਸ਼ਨ ਸਟੇਟ ਆਫ ਨਿਕਲ ਇਨ ਦਿਸ, ਤਾਂ ਨਿਕਲ 'ਚ ਜਿਹੜਾ K2 ਆ, ਇੱਕ K2 'ਤੇ ਹੁੰਦਾ ਆਪਣੇ ਕੋਲ, ਇੱਕ K 'ਤੇ ਹੁੰਦਾ +1, ਤਾਂ 2 ਆ +2, ਠੀਕ ਹੈ ਜੀ। ਤਾਂ ਨਿਕਲ X ਹੋ ਗਿਆ, ਇੱਕ CN 'ਤੇ ਹੁੰਦਾ -1, ਤਾਂ 4 'ਤੇ ਹੋ ਗਿਆ -4, ਓਵਰऑल ਚਾਰਜ 0। तो ये हो गया x - 2 इज इक्वल टू 0, तो x इज 2, तो ऑप्शन इज +2। कोऑर्डिनेशन नंबर ऑफ कोबाल्ट इन दिस, 4 ਤਾਂ ਹਾਈਡਰੋ ਵਾਟਰ ਹੀ ਹੋ ਗਏ, ਇੱਕ ਇਥਿਲੀਨ ਡਾਈਅਮੀਨ ਜਿਹੜਾ ਹੁੰਦਾ ਆ ਉਹ ਬਾਈਡੈਂਟਡ ਲਿਗੈਂਡ ਹੁੰਦਾ, ਮਤਲਬ ਦੋ ਸਾਈਡ 'ਤੇ ਬਾਈਂਡ ਹੁੰਦਾ, ਤਾਂ 2 × 1 2, ਤਾਂ ਕੋऑर्डिनेशन नंबर इज 6, ठीक है। ਫਾਰਮੂਲਾ ਆਫ ਕੰਪਲੈਕਸ ਕੰਪਾਊਂਡ ਹੈਗਜ਼ਾਅਮੀਨ, ਹੈਗਜ਼ਾਅਮੀਨ ਮਤਲਬ NH3 ਹੋਣਗੇ 6, ਕੋਬਾਲਟ। ਹੁਣ ਦੇਖੋ ਇਹਦੇ 'ਚ ਜਿਹੜੀ ਪ੍ਰਾਇਮਰੀ ਵੈਲੈਂਸੀ ਕਲੋਰਾਈਡ ਜਿਹੜਾ ਆ ਰਿਹਾ ਉਹ ਆਕਸੀਡੇਸ਼ਨ ਸਟੇਟ ਤੋਂ ਬਾਅਦ ਆ ਰਿਹਾ, ਮਤਲਬ ਉਹ ਕੀ ਹੈ ਪ੍ਰਾਇਮਰੀ ਵੈਲੈਂਸੀ। ਅਗਰ ਕਲੋਰਾਈਡ ਇੱਧਰ ਆਉਂਦਾ ਤਾਂ ਉਹਦਾ ਇਹ ਮਤਲਬ ਸੀਗਾ ਕਿ ਜਿਹੜਾ ਆ ਉਹ ਸੈਕੰਡਰੀ ਵੈਲੈਂਸੀ ਹੁੰਦਾ। ਹੁਣ ਆਕਸੀਡੇਸ਼ਨ ਸਟੇਟ 3 ਆ, ਇੱਥੇ 3 ਕਿੱਦਾਂ ਆਏਗੀ, ਪਹਿਲਾਂ ਟਰਾਈ ਕਰਦੇ ਹਾਂ। 2 ਕਲੋਰੀਨ ਨੇ, ਅਮੀਨ ਤਾਂ 0 ਹੁੰਦਾ, ਤਾਂ +2, ਤਾਂ ਇਹ ਨਹੀਂ ਆ। ਇਹ 'ਚ ਵੀ ਸੇਮ, ਹੈਗਜ਼ਾਮੀਨ ਇਜ਼ ਦੀ ਸੈਕੰਡਰੀ ਵੈਲੈਂਸੀ, ਕਲੋਰਾਈਡ ਇਜ਼ ਦੀ ਪ੍ਰਾਇਮਰੀ ਵੈਲੈਂਸੀ, ਤਾਂ ਇਹਦੇ 'ਚ ਤਾਂ ਹੈਗਜ਼ਾਮੀਨ ਹੈ ਹੀ ਨਹੀਂ, ਤਾਂ ਇਹ ਹੋ ਹੀ ਨਹੀਂ ਸਕਦਾ। ਇਹਦੇ 'ਚ 1 ਕਲੋਰੀਨ ਆ ਤਾਂ ਇਹ +1 ਹੋ ਗਿਆ, ਇਹਦੇ 'ਚ 3 ਕਲੋਰੀਨ ਆ ਤਾਂ ਇਹ +3 ਹੋ ਗਿਆ, ਤਾਂ ਆਪਸ਼ਨ ਇਜ਼ B। ਟਰਾਈ ਇਥਿਲੀਨ ਟੈਟਰਾ ਅਮੀਨ, ਜੋ ਜਿਹੜਾ ਟਰਾਈ ਇਥਿਲੀਨ ਟੈਟਰਾ amine is a type of ligand that is tetradentate. Species having tetrahedral shape is nickel Cl4 according to CFT or LFT, ligand field theory or crystal field theory ਦੇ according। coordination number of thorium in KF4, तो oxalate is a bidentate, तो 2 साइड ਹੁੰਦੀਆਂ, 4 × 2 8, 2 वाटर ने यूनिडेंटेड, तो 2 8 + 2 इज 10 इज द कोऑर्डिनेशन नंबर। MnO2CO इज़ अ ऑर्गेनोमैटेलिक कंपाउंड ड्यू टू प्रेजेंस ऑफ, ਜਿਹੜੇ ऑर्गेनोमैटेलिक कंपाउंड ਹੁੰਦੇ ਆ ਮਤਲਬ ਆਪਣੇ ਕੋਲ ਮੈਟਲ, ऑर्गेनो ਮਤਲਬ ਕਾਰਬਨ, ਕਾਰਬਨ ਦੀ ਕੈਮਿਸਟਰੀ ਮਤਲਬ ਮੈਟਲ ਔਰ ਕਾਰਬਨ ਦਾ ਬੌਂਡ ਪ੍ਰੈਜੈਂਟ ਹੋਣਾ ਚਾਹੀਦਾ ਆ, ਤਾਂ ਮੈਟਲ ਐਂਡ ਕਾਰਬਨ ਬੌਂਡ। विच ऑफ द फॉलोइंग कलर्ड्स आर सॉल्वेंट हीटिंग, सॉल्वेंट जनरली आप वाटर ही लेंगे हैं, तो सॉल्वेंट हीटिंग मतलब वाटर हीटिंग हाइड्रोफोबिक। इफ द डिस्पर्स्ड फेस इज लिक्विड एंड द डिस्पर्जन मीडियम इज सॉलिड, मतलब लिक्विड में अगर आप सॉलिड च घोलते हैं तो वह बनता है जैल। द प्रोसैस ऑफ सैपरेटिंग क्रिस्टलोइड फ्रॉम अ कलोइड बाय फिल्ट्रेशन इज कॉल्ड डायलिसिस। विच शेप सिलेक्टिव जियोलाइट्स होंगे, तो जियोलाइट इन्हां चो दिस वन। तो FeCl3 ਆ, ਆਪਾਂ ਫਰੈਸ਼ਲੀ ਪ੍ਰੀਪੇਅਰਡ ਉਹਦੇ ਪ੍ਰੈਸੀਪੀਟੇਟ ਬਣ ਗਏ ਜਦੋਂ ਉਹਨੂੰ ਆਪਾਂ ਵਾਟਰ 'ਚ ਡਿਜ਼ੋਲਵ ਕੀਤਾ, ਤਾਂ ਅਗਰ ਪ੍ਰੈਸੀਪੀਟੇਟ ਬਣਦੇ ਆ ਦਿਸ ਰਿਐਕਸ਼ਨ ਇਜ਼ ਕਾਲਡ ਪੈਪਟਾਈਜ਼ੇਸ਼ਨ। ਲਾਇਓਫਿਲਿਕ ਕਲੋਇਡਸ ਆਰ ਸਟੇਬਲ ਡਿਊ ਟੂ ਲੇਅਰ ਆਫ ਡਿਸਪਰਜਨ ਮੀਡੀਅਮ ਔਨ ਦੀ ਪਾਰਟੀਕਲਸ। तो रेट ऑफ रिएक्शन एट विच सबसटांस रिएक्ट डिपेंड अपॉन, हमेशा ਉਹਦੇ एक्टिव मास ਤੇ डिपेंड करता। रेट ऑफ रिएक्शन कैमिकल रिएक्शन, देखो रिएक्टेंट है, रिएक्टेंट ने प्रोडक्ट बनाना, अगर जिन्ना ज़्यादा रिएक्टेंट होएगा उन्ना अपने को प्रोडक्ट बनेगा। जिदा जिदा रिएक्टेंट का रेट घटी जाना मतलब रिएक्शन का भी रेट घटी जाना, तो डिक्रीजेस एज दी रिएक्शन प्रोसीड। रेट ऑफ रिएक्शन अपने को हुण कुछ नहीं दिता, के दी वैल्यू दिती है तो के दे यूनिट्स दिते हैं, तो अगर इदा ऑर्डर फाइंड करना होंदा तो यूनिट देखने पैंदे हैं, तो मोल पर लीटर स्केयर और पर सैकेंड इज द यूनिट ऑफ थर्ड ऑर्डर रिएक्शन। वैल्यू ऑफ के दिती है, ऑर्डर ऑफ रिएक्शन दसना, इत्थे अपने को के दे यूनिट पर सैकेंड आ, तो पर सैकेंड हमेशा होंगे इन केस ऑफ फर्स्ट ऑर्डर रिएक्शन, बिकॉज आप लिखते हैं टी इज़ 0.693 डिवाइड बाय के और के इज़ 0.693 डिवाइड बाय टी, तो 1/t आ, तो पर सैकेंड, ठीक है जी। स्लो स्टैप रिएक्शन का हमेशा होंगे रेट डिटरमाइनिंग स्टैप, आप उतो फाइंड करते हैं कि ये फर्स्ट आ, सैकेंड ऑर्डर आ कि थर्ड ऑर्डर रिएक्शन आ। मॉलिक्यूलैरिटी अगर 2 आ तो रिएक्शन भी अपने को बाई मॉलिक्यूलर होएगी। विच ऑफ द फॉलोइंग कैन बी वैल्यूज़ ऑफ मॉलिक्यूलैरिटी, मॉलिक्यूलैरिटी हमेशा पॉजिटिव हो सकती है, ठीक है, और 3 तो वध नहीं हो सकती, ठीक है, तो इत्थे ना 0 हो सकती है,
तो ना फ्रैक्शनल हो सकती है, तो नेगेटिव जीरो फ्रैक्शनल भी नहीं है, तो नन ऑफ दिस इज़ दी सैकेंड। नैक्सट आप डिस्कस करते हैं थर्ड पेपर। रिवीजन टेस्ट इज़ 3 पी डी एंड एफ ब्लॉक का ਸੀਗਾ। ग्रुप 50 ਨੂੰ ਆਪਾਂ ਕਹਿੰਦੇ ਆ ਨਿਕੋਜਨਸ, ਠੀਕ ਹੈ। तो नेक्स्ट फॉस्फोरस इज मैन्युफैक्चर्ड बाय हीटिंग इन फर्नेस दैट इज बोन एश सिलिका एंड कोक। एलोट्रॉपी करैक्टर इज नॉट शोन बाय, बुक च दिता होया एक्सैप्ट नाइट्रोजन एंड बिस्मथ ऑल एलीमेंट्स शो एलोट्रॉपी ऑफ ग्रुप 15। तो इतने बिस्मथ और नाइट्रोजन दोनों की ही एग्जाम्पल ऑप्शन है, तो बिस्मथ और नाइट्रोजन दोनों ही हो सकते हैं। मैक्सिमम कोवलेंसी ऑफ नाइट्रोजन तो 3 अनपेड इलैक्ट्रॉन होंगे, एक लोन पेयर होंदा। अगर तो यह 3 अनपेड इलैक्ट्रॉन मतलब बॉन्ड पेयर शो करे शेयर करे तो 3 नॉर्मल। मैक्सिमम अगर यह लोन पेयर भी कोऑर्डिनेट बॉन्ड बनावे तो 4 कोवलेंसी। अनोमलस बिहेवियर ऑफ ऑक्सीजन ड्यू टू स्मॉल साइज हाई इलैक्ट्रोनेगेटिविटी एंड एब्सेंस ऑफ वेकेंट डी ऑर्बिटल। Order of atomic radii down the group, we know down the group radii increases, so oxygen, sulfur, selenium, tellurium और polonium increases down the group, तो polonium का सब तो ज़्यादा, तो आंसर इज सी। radioactive element is polonium। amphoteric oxide which show both acidic and basic character। sulfur molecule is S8 ਹੁੰਦਾ, ऑक्टाटॉमिक क्राउन शेप स्ट्रक्चर होंदा अपने को इहदा सल्फर का, ठीक है जी। तो कुछ इस तरह का स्ट्रक्चर बनता है, क्राउन शेप स्ट्रक्चर होंदा, ठीक है, मतलब ऑक्टाटॉमिक होंदा है। कैरो एसिड इज परऑक्सी मोनोसल्फ्यूरिक एसिड, तो ये अपने को दिस इज नोन एज कैरोस एसिड। विच ऑफ द फॉलोइंग आर डी ब्लॉक एलीमेंट बट नॉट रिकार्डेड एट ट्रांजिशन एलीमेंट। वो एलीमेंट्स जिन्हां च अनपेड इलैक्ट्रॉन ना प्रेजेंट होण, फुली फिल्ड डी ऑर्बिटल्स होण, उन्होंने आप डी ब्लॉक एलीमेंट तो कहते हैं बट ट्रांजिशन एलीमेंट नहीं कहते। ट्रांजिशन एलीमेंट उन्होंने ही कहा जाता जिन्हां च अपने को अनपेड इलैक्ट्रॉन प्रेजेंट होंगे। तो जिंक, कैडमियम एंड मरकरी इन्हां च अनपेड इलैक्ट्रॉन नहीं होंगे। जिंक इज़ 3d10 4s2, कैडमियम इज़ 4d10 5s2, mercury is 6d10 7s2। In the synthesis of Haber process catalyst is used, जो आप Haber process कराने तो इत्थे लिखा होंदा Fe2O3, तो Fe is a catalyst। zirconium and hafnium have same atomic and ionic radii due to lanthanoid contraction। lanthanoid contraction zirconium ਜਿਹੜਾ ਆ ਉਹ 4D ਸੀਰੀ ਦਾ ਐਲੀਮੈਂਟ ਆ, 5D ਸੀਰੀ ਦਾ ਐਲੀਮੈਂਟ ਹੈਫਨੀਅਮ, तो ਇੱਥੇ ਆਪਣੇ को F ਬਲੌਕ ਐਲੀਮੈਂਟ ਆਉਣੇ ਸ਼ੁਰੂ ਹੋ ਜਾਂਦੇ ਆ। तो ਜਿਹੜੇ ਡਾਊਨ ਦਾ ਗਰੁੱਪ ਰੇਡੀਏ ਇਨਕਰੀਜ਼ ਮਤਲਬ ਜ਼ਰਕੋਨੀਅਮ ਦਾ ਘੱਟ ਹੋਣਾ ਚਾਹੀਦਾ ਸੀ ਹਾਫਨੀਅਮ ਨਾਲੋਂ, ਬਟ ਇੱਥੇ ਲੈਂਥੇਨੋਇਡ ਕੰਟਰੈਕਸ਼ਨ ਹੋਣ ਕਰਕੇ ਮਤਲਬ F ਔਰਬਿਟਲ ਦਾ ਪੂਅਰ ਸ਼ੀਲਡਿੰਗ ਇਫੈਕਟ ਹੋਣ ਕਰਕੇ ਨਿਊਕਲੀਅਸ ਬਾਹਰਲੇ ਇਲੈਕਟ੍ਰੋਨ ਨੂੰ ਆਪਣੇ ਵੱਲ ਖਿੱਚਦਾ ਆ, ਜਿਹਦੇ ਕਰਕੇ ਸਾਈਜ਼ ਕੰਟਰੈਕਟ ਹੋ ਜਾਂਦਾ, तो उन्होंने आप कहते हैं lengthenoid contraction। what is the formula of chromyl chloride, that is CrO2Cl2। percentage of gold in 18 कैरेट gold is, तो 18 कैरेट परसेंटेज कड्डी दी किद्दां, प्योर अपने को हुंदा 24, 18 च कड्डनी आ, तो प्योर च कितनी परसेंटेज हुंदी है, दैट इज़ 99.99। तो जो तुसीं इहनूं सॉल्व करोगे आंसर आएगा 74.99, ठीक है। तो 74.99 इज़ अप्रॉक्सीमेटली 75। जिंक 2 पॉजिटिव इज़ वाइट बिकॉज ये अनपेड इलैक्ट्रॉन नहीं होंगे। डी ब्लॉक एलीमेंट कलर्ड इस करके होंगे ड्यू टू प्रेजेंस ऑफ अनपेड इलैक्ट्रॉन। उन्होंने अपने को ਜਿਹੜੇ डी ऑर्बिटल आ 5 होंगे, ये स्पलिट हो जाते हैं 2 च, T2G एंड EG। तो ये ਜਿਹੜੇ अनपेड इलैक्ट्रॉन आ वो हायर लैवल ते जाते EG लैवल ते, तो जो वापस आते हैं कलर देंगे, ठीक है। तो अगर अनपेड इलैक्ट्रॉन आ ताइयों ट्रांजिशन पॉसीबल आ, अदरवाइज ये कलर लैस होंगे। विच ऑफ द फॉलोइंग यूज्ड एज डिसइनफेक्टेंट एंड जर्मीसाइड, दैट इज पोटाशियम परमैंगनेट। लुटीशियम इज
ਕਿੰਨੇ ਅਨਪੇਡ ਇਲੈਕਟ੍ਰੋਨ ਹੋਣਗੇ? ਲੂਟੀਸ਼ੀਅਮ ਦੀ ਕਨਫੀਗਰੇਸ਼ਨ 4f14 5d1 6s2। ਠੀਕ ਹੈ ਜੀ। 3 ਪਲੱਸ ਆ, ਪਹਿਲਾਂ ਇਹ 'ਚੋਂ ਜਾਣਗੇ ਫਿਰ ਇਹਦੇ 'ਚੋਂ ਜਾਣਗੇ, ਕਿੰਨਾ ਬਚਿਆ 14। ਫੁੱਲੀ ਫਿਲਡ ਤੋਂ 0 ਅਨਪੇਡ ਇਲੈਕਟ੍ਰੋਨ। ਐਟ pH 11 ਜਿਹੜਾ ਡਾਈਕ੍ਰੋਮੇਟ ਆ, ਦਿਸ ਇਜ਼ ਚੇਂਜਸ ਟੂ ਮੋਨੋਕ੍ਰੋਮੇਟ। ਕਲਰ ਆਫ ਲਾਈਟ ਅਬਜ਼ੋਰਬਡ ਬਾਈ ਐਕੁਅ ਸੋਲਿਊਸ਼ਨ ਆਫ ਕਾਪਰ ਸਲਫੇਟ। ਕਾਪਰ ਸਲਫੇਟ ਆਲਵੇਜ਼ ਔਰੰਜ ਰੈਡ ਅਬਜ਼ੋਰਬ ਕਰਦਾ ਆ ਅਤੇ ਇਹ ਇਸ ਕਰਕੇ ਬਲੂ ਕਲਰ ਦਾ ਹੁੰਦਾ ਹੈ। ਤੋ ਨੈਕਸਟ 4th ਜਿਹੜਾ ਆ ਉਹ ਅਪਲੋਡਡ ਹੈ। ਠੀਕ ਹੈ, ਇੱਕ ਇਹਦੇ ਨਾਲ ਹੀ ਮੈਂ ਅਪਲੋਡ ਕਰ ਦੂੰਗੀ। ਠੀਕ ਹੈ, ਇਹਦੇ ਨਾਲ ਹੀ ਲਿੰਕ ਸ਼ੇਅਰ ਕਰ ਦੂੰਗੀ। ਸੋ ਇਹ 3 ਰਿਵੀਜ਼ਨ ਟੈਸਟ ਪੇਪਰ ਹੈਗੇ ਨੇ। ਥੈਂਕ ਯੂ ਫॉर ਵਾਚਿੰਗ। ਆਲਸੋ ਲਾਈਕ ਸ਼ੇਅਰ ਸਬਸਕ੍ਰਾਈਬ ਮਾਈ ਚੈਨਲ। ਤੁਹਾਨੂੰ ਅਗਰ ਕਿਸੇ ਟੋਪਿਕ 'ਚ ਕੋਈ ਪ੍ਰੋਬਲਮ ਹੁੰਦੀ ਹੈ, ਕਿਸੇ ਤਰ੍ਹਾਂ ਦਾ ਮਟੀਰੀਅਲ ਚਾਹੀਦਾ ਤਾਂ ਤੁਸੀਂ ਮੈਨੂੰ ਟੈਲੀਗ੍ਰਾਮ 'ਤੇ ਦੱਸ ਸਕਦੇ ਹੋ। ਥੈਂਕ ਯੂ।